ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ। ਸੋ ਇਸ ਵੇਲੇ ਅਸੀਂ ਫਗਵਾੜੇ ਦੇ ਵਿੱਚ ਬੈਠੇ ਹਾਂ, ਜਿੱਥੇ ਕਿ ਸਾਡੇ ਰਹਿਬਰ ਜਿਹੜੇ ਅਮਰ ਸ਼ਹੀਦ 108 ਸੰਤ ਰਾਮਾਨੰਦ ਮਹਾਰਾਜ ਜੀ ਦੇ ਨਾਲ ਜਿਹੜੀਆਂ ਕਾफ़ी ਜ਼ਿਆਦਾ ਜੁੜੀਆਂ ਹੋਈਆਂ ਨੇ। ਆਉਣ ਵਾਲੇ 1-2 ਦਿਨਾਂ ਦੇ ਵਿੱਚ ਜਿਹੜਾ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਮਨਾਇਆ ਜਾ ਰਿਹਾ। ਤੋ ਇਸ ਦੇ ਟੌਪਿਕ ਦੇ ਨਾਲ ਹੀ ਸਾਡੇ ਨਾਲ ਇਸ ਵੇਲੇ ਜਿਹੜੇ ਸਾਡੇ ਨਾਲ ਸਤੀਸ਼ ਸੁਮਨ ਜੀ ਸਾਡੇ ਨਾਲ ਇਸ ਵੇਲੇ ਮੌਜੂਦ ਨੇ। ਸ਼੍ਰੀ ਗੁਰੂ ਰਵਿਦਾਸ ਫੋਰਸ ਦੇ ਵੱਲੋਂ ਮੌਜੂਦਾ ਪ੍ਰੈਜ਼ੀਡੈਂਟ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਸ਼੍ਰੀ 108 ਸੰਤ ਰਾਮਾਨੰਦ ਮਹਾਰਾਜ ਜੀ ਦੇ ਸ਼ਹੀਦੀ ਦਿਵਸ ਨੂੰ ਲੈ ਕੇ, ਤੇ ਕੀ ਉਹਨਾਂ ਦੇ ਨਾਲ ਜੋ ਲਗਾਤਾਰ ਕੁਝ ਸਮਾਂ ਇਹਨਾਂ ਨੇ ਬਿਤਾਇਆ, ਬਾਹਰ ਦੀਆਂ ਕੰਟਰੀਆਂ ਵਿੱਚ ਵੀ ਗਏ ਨੇ, ਤੇ ਕੀ ਕਹਿਣਾ ਚਾਹੁੰਦੇ ਨੇ ਉਹਨਾਂ ਦੇ ਬਾਰੇ ਇਹਨਾਂ ਦੇ ਕੋਲੋਂ ਸਾਰੀਆਂ ਆਪਾਂ ਵਿਸਤਾਰਪੂਰਵਕ ਜਿਹੜੀਆਂ ਗੱਲਾਂ ਜਾਣਾਂਗੇ। ਸਭ ਤੋਂ ਪਹਿਲਾਂ ਜੀ ਜੈ ਗੁਰਦੇਵ ਜੀ। ਜੈ ਗੁਰਦੇਵ, ਧੰਨ ਗੁਰਦੇਵ ਜੀ। ਸਾਡੇ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਤੁਸੀਂ ਕੀ ਸੰਗਤਾਂ ਨੂੰ ਕਹਿਣਾ ਚਾਹੋਗੇ ਸੰਤ ਰਾਮਾਨੰਦ ਮਹਾਰਾਜ ਦੇ ਜਿਹੜੇ ਕਾफ़ी ਸਾਲ ਤੁਸੀਂ ਨਾਲ ਰਹੇ ਹੋ, ਕਿਹੋ ਜਿਹੀਆਂ ਗੱਲਾਂ ਜਿਹੜੀਆਂ ਤੁਹਾਨੂੰ ਇਸ ਵੇਲੇ ਯਾਦ ਆਉਂਦੀਆਂ ਹੋਣਗੀਆਂ ਮਹਾਰਾਜ ਦੀਆਂ? ਸਭ ਤੋਂ ਪਹਿਲਾਂ ਮੈਂ ਰਵਿਦਾਸੀਆ ਸਮਾਜ ਦੇ ਸਮੂਹ ਸਰੋਤਿਆਂ ਨੂੰ ਜੈ ਗੁਰਦੇਵ ਔਰ ਨਾਲ ਦੀ ਨਾਲ ਸੰਤ ਰਾਮਾਨੰਦ ਮਹਾਰਾਜ ਜੀ ਨੂੰ ਕੋਟਨ ਕੋਟ ਪ੍ਰਣਾਮ। ਸੰਤ ਰਾਮਾਨੰਦ ਮਹਾਰਾਜ ਜੀ ਸਮੁੱਚੀ, ਜਿਵੇਂ ਆਪਾਂ ਦੇਸ਼ ਦੀ ਗੱਲ ਕਰਦੇ ਨਾ, ਦੇਸ਼ ਨੂੰ ਚਲਾਉਣ ਵਾਲਾ ਭਾਰਤ ਦਾ ਸੰਵਿਧਾਨ ਹੈ, ਔਰ ਇਸ ਹੀ ਤਰੀਕੇ ਦੇ ਨਾਲ ਇਹ 'ਚ ਵੀ ਕੋਈ ਅਤਕਥਨੀ ਨਹੀਂ ਹੋਏਗੀ ਕਿ ਸਮੁੱਚੀ ਵਰਲਡ ਦੇ ਵਿੱਚ ਰਵਿਦਾਸੀਆ ਸਮਾਜ ਨੂੰ ਚਲਾਉਣ ਦੇ ਲਈ ਇੱਕੋ ਇੱਕ ਭਾਰਤ ਦੇ ਸੰਵਿਧਾਨ ਦੀ ਤਰ੍ਹਾਂ ਸੰਤ ਰਾਮਾਨੰਦ ਮਹਾਰਾਜ ਜੀ ਹੋਏ ਨੇ ਜੀ। ਔਰ ਜਿਨ੍ਹਾਂ ਨੇ ਜੀਵਨ ਦੇ ਪਹਿਲੇ ਸਵਾਸ ਤੋਂ ਲੈ ਕੇ ਆਖਰੀ ਸਵਾਸ ਤੱਕ ਪੂਰੇ ਦਾ ਪੂਰਾ ਜੀਵਨ ਰਵਿਦਾਸੀਆ ਸਮਾਜ ਨੂੰ ਲਾਮਬੰਦ ਕਰਨ ਦੇ ਲਈ ਲਗਾਇਆ। ਮੈਂ ਇਸ ਸੰਬੰਧ ਵਿੱਚ ਇੱਕ ਆਪ ਜੀ ਨਾਲ ਘਟਨਾ ਸਾਂਝੀ ਕਰਾਂਗਾ। ਸੰਤ ਰਾਮਾਨੰਦ ਮਹਾਰਾਜ ਜੀ ਦੀ 2005 ਦੇ ਵਿੱਚ ਤੱਲਣ ਕਾਂਡ ਹੋਇਆ ਜੀ। ਔਰ ਤੱਲਣ ਕਾਂਡ ਦੇ ਵਿੱਚ ਮੈਂ ਬਹੁਤ ਵਾਰੀ ਵੀ ਇਹ ਜ਼ਿਕਰ ਕਰਦਾ ਹੁੰਦਾ ਕਿ ਤੱਲਣ ਕਾਂਡ ਦੇ ਵਿੱਚ ਇੱਕ ਮੁੰਡਾ ਬੂਟਾ ਮੰਡੀ ਤੋਂ ਵਿਜੇ ਕੁਮਾਰ ਘਰੋਂ ਬਰਫ਼ ਲੈਣ ਲਈ ਨਿਕਲਿਆ ਜੀ। ਔਰ ਬਰਫ਼ ਲੈਣ ਲਈ ਨਿਕਲਿਆ ਤੇ ਉਹ ਬਾਹਰ ਚੌਂਕ ਦੇ ਵਿੱਚ ਆ ਕੇ ਮੌਜੂਦਾ ਸਮੇਂ ਦੀਆਂ ਸਰਕਾਰਾਂ ਦੀ ਗੋਲੀ ਨਾਲ ਸ਼ਿਕਾਰ ਹੋ ਕੇ ਸ਼ਹੀਦ ਹੋ ਗਿਆ। ਸ਼ਹੀਦ ਹੋਣ ਉਪਰੰਤ ਜਦੋਂ ਅਸੀਂ ਉਹਨਾਂ ਦੇ ਘਰ ਅਫਸੋਸ ਕਰਨ ਵਾਸਤੇ ਗਏ, ਰਾਮਾਨੰਦ ਮਹਾਰਾਜ ਜੀ ਵੀ ਨਾਲ ਗਏ ਜੀ। ਔਰ ਉੱਥੇ ਅਫਸੋਸ ਕਰਦਿਆਂ ਗੱਲ ਚੱਲੀ ਕਿ ਮਹਾਰਾਜ ਜੀ ਸਾਡੇ ਸਮਾਜ ਦੇ ਉੱਤੇ ਇਹੋ ਜਿਹੇ ਅਤਿਆਚਾਰ ਜਾਂ ਸਾਡੇ ਸਮਾਜ ਦਾ ਬਾਈਕਾਟ ਜਾਂ ਸਾਡੇ ਸਮਾਜ ਦੀਆਂ ਧੀਆਂ ਭੈਣਾਂ ਦੇ ਨਾਲ ਰੇਪ, ਇਹ ਕਿੰਨੀ ਦੇਰ ਤੱਕ ਹੁੰਦੇ ਰਹਿਣਗੇ ਜੀ। ਤਾਂ ਸੰਤ ਰਾਮਾਨੰਦ ਮਹਾਰਾਜ ਜੀ ਨੇ ਕਿਹਾ ਸੀ ਕਿ ਇੱਕ ਤਾਂ ਸਾਨੂੰ ਆਪਣੇ ਤੌਰ ਦੇ ਉੱਤੇ ਸਮਾਜਿਕ, ਧਾਰਮਿਕ ਅਤੇ ਪੋਲੀਟੀਕਲ ਆਜ਼ਾਦੀ ਲੈਣੀ ਹੋਏਗੀ। ਤਾਂ ਉਹਨਾਂ ਲੋਕਾਂ ਨੇ ਕਿਹਾ ਕਿ ਵੀ ਆਜ਼ਾਦੀ ਜਿਹੜੀ ਆ ਵੀ ਇਹ ਕਿੱਦਾਂ ਮਿਲੂਗੀ ਫਿਰ? ਤਾਂ ਰਾਮਾਨੰਦ ਮਹਾਰਾਜ ਜੀ ਨੇ ਜਵਾਬ ਦਿੱਤਾ ਸੀ ਕਿ ਆਜ਼ਾਦੀ ਕੁਰਬਾਨੀ ਨਾਲ ਮਿਲਣੀ ਹੈ। ਤਾਂ ਉੱਥੇ ਸੇਠ ਸਤਪਾਲ ਜੀ ਜਾਂ ਸੁਰਿੰਦਰ ਮੇਹੇ, ਜਿਹੜੇ ਅੱਜ ਇਸ ਸੰਸਾਰ ਦੇ ਵਿੱਚ ਨਹੀਂ ਰਹੇ, ਉਹ ਵੀ ਬੈਠੇ ਸਨ। ਤਾਂ ਉਸ ਵੇਲੇ ਸੁਰਿੰਦਰ ਮੇਹੇ ਜੀ ਨੇ ਇਹ ਗੱਲ ਕਹੀ ਕਿ ਮਹਾਰਾਜ ਜੀ ਫਿਰ ਮਰਜੀਬੜੇ ਪੈਦਾ ਕਰੋ ਜਿਹੜੇ ਸ਼ਹੀਦੀਆਂ ਦੇਣ ਲਈ ਸਮਾਜ ਨੂੰ ਆਜ਼ਾਦ ਕਰਾਉਣ ਲਈ ਹਮੇਸ਼ਾ ਤਿਆਰ ਰਹਿਣ। ਤਾਂ ਰਾਮਾਨੰਦ ਮਹਾਰਾਜ ਜੀ ਨੇ ਕਿਹਾ ਕਿ ਸਮਾਂ ਆ ਗਿਆ ਵੀ ਹੋ ਸਕਦਾ ਇਸ ਦੀ ਸ਼ੁਰੂਆਤ ਜਿਹੜੀ ਆ ਸਾਨੂੰ ਆਪਣੇ ਤੋਂ ਕਰਨੀ ਪਵੇ। ਉਹ ਸ਼ਬਦ ਰਾਮਾਨੰਦ ਮਹਾਰਾਜ ਜੀ ਨੇ ਉਸ ਵਿਜੇ ਕੁਮਾਰ ਦੀ ਸ਼ਹਾਦਤ ਦੇ ਮੌਕੇ 'ਤੇ ਕਹੇ ਹੋਏ, ਤਾਂ ਉਸ ਨੂੰ ਆਪਣੇ ਜੀਵਨ ਦੇ ਅੰਦਰ ਢਾਲਿਆ ਔਰ ਉਸ ਦਾ ਅਮਲੀ ਜਾਮਾ ਅੱਜ ਸਭ ਦੇ ਸਾਹਮਣੇ ਆ ਕਿ ਉਹਨਾਂ ਨੇ ਆਜ਼ਾਦੀ ਦੀ ਨੀਂਹ ਜਿਹੜੀ ਆ ਉਹ ਆਪਣੀ ਸ਼ਹਾਦਤ ਦੇ ਕੇ ਰੱਖੀ ਜੀ। ਆਪਣੇ ਖੂਨ ਦਾ ਕਤਰਾ ਕਤਰਾ ਵਹਾ ਕੇ ਸਾਨੂੰ ਅੱਜ ਧਾਰਮਿਕ ਤੌਰ 'ਤੇ ਵੀ ਆਜ਼ਾਦ ਕਰ ਗਏ, ਸਾਨੂੰ ਸਮਾਜਿਕ ਤੌਰ 'ਤੇ ਵੀ ਆਜ਼ਾਦ ਕਰ ਗਏ ਔਰ ਸਿਆਸੀ ਤੌਰ 'ਤੇ ਵੀ ਸਾਨੂੰ ਆਜ਼ਾਦ ਕਰ ਗਏ। ਜਿਵੇਂ ਕਿ ਸਾਰੀ ਸੰਗਤ ਜਾਣਦੀ ਆ, ਸੰਤ ਰਾਮਾਨੰਦ ਮਹਾਰਾਜ ਜੀ ਜਦੋਂ ਵੀ ਕੋਈ ਕਾਰਜ ਹੁੰਦਾ ਸੀ ਕਹਿੰਦੇ ਖੁਦ ਆਪ ਨਾਲ ਬਾਟੇ ਚੱਕ ਕੇ, ਕਈਆਂ ਚੱਕ ਕੇ ਸੰਗਤਾਂ ਦੇ ਨਾਲ ਜਾ ਕੇ ਕੰਮ ਕਰਵਾਉਂਦੇ ਹੁੰਦੇ ਸੀਗੇ। ਤੇ ਸੰਤਾਂ ਦਾ ਜਿਹੜਾ ਇਹੋ ਜਿਹਾ ਮਤਲਬ ਕੰਮ ਸੀਗਾ, ਸੰਗਤਾਂ ਇਸ ਵੇਲੇ ਕਹਿ ਰਹੀਆਂ ਕਿ ਸਾਨੂੰ ਇਹੋ ਜਿਹਾ ਕੋਈ ਸਾਨੂੰ ਸੰਤ ਨਹੀਂ ਮਿਲਣਾ ਜਿਹੜਾ ਕਿ ਸਾਡਾ ਕ੍ਰਾਂਤੀਕਾਰੀ ਸੀਗੇ, ਜਿਹੜੇ ਨਾਲ ਮੁੰਡੇ ਦੇ ਮੋਢਾ ਲਾ ਕੇ ਖੁਦ ਆਪ ਕੰਮ ਕਰਦੇ ਸੀਗੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਤੁਸੀਂ ਅੱਖੀਂ ਆਪ ਖੁਦ ਇਹ ਚੀਜ਼ਾਂ ਨੂੰ ਦੇਖਿਆ? ਹਾਂਜੀ ਬਲਵਿੰਦਰ ਜੀ, ਆਪਾਂ ਨਾ ਗੱਲ ਕਰ ਰਹੇ ਹਾਂ ਵੀ ਸੰਤ ਰਾਮਾਨੰਦ ਮਹਾਰਾਜ ਜੀ ਕੋਈ ਵੀ ਕਾਰਜ ਜਿਹੜਾ ਕਰਦੇ ਸੀ ਪ੍ਰੈਕਟੀਕਲੀ ਪਹਿਲਾਂ ਉਹਨੂੰ ਵੇਖਦੇ ਸੀ ਕਿਸ ਤਰੀਕੇ ਨਾਲ ਕਰਨਾ ਔਰ ਕਿਸ ਤਰੀਕੇ ਨਾਲ ਕਰਵਾਉਣਾ। ਔਰ ਸਾਰਿਆਂ ਨੇ ਸਤਸੰਗ ਹਾਲ ਦੇਖਿਆ, ਇੱਕ ਅਜੂਬਾ ਬਣਿਆ ਜੋ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸਤਸੰਗ ਹਾਲ ਬਣਾਇਆ। ਉਸ ਦੇ ਸੰਬੰਧ ਵਿੱਚ ਹੀ ਮੈਂ ਘਟਨਾ ਸਾਂਝੀ ਕਰਾਂਗਾ ਕਿ ਫਗਵਾੜੇ ਜਿਸ ਵਕਤ ਸਕੂਲ ਉਸਾਰਿਆ ਜਾ ਰਿਹਾ ਸੀ, ਸੰਤ ਸਰਵਣ ਦਾਸ ਮਾਡਲ ਸਕੂਲ, ਤਾਂ ਅਸੀਂ ਸ਼ਾਮ ਨੂੰ ਸੇਵਾਵਾਂ ਸਮਾਪਤ ਕਰਕੇ ਘਰ ਆਏ ਤੇ ਲੰਗਰ ਪਾਣੀ ਛੱਕ ਕੇ ਜਦੋਂ ਸੌਂ ਗਏ ਅਸੀਂ, ਰਾਤ ਨੂੰ 12 ਕੁ ਵਜੇ ਸਾਡੇ ਘਰ ਦੇ ਅੱਗੇ ਆ ਕੇ ਜਦੋਂ ਹੌਰਨ ਬੱਸ ਦਾ ਵੱਜਿਆ ਤਾਂ ਅਸੀਂ ਉੱਠ ਕੇ ਦੇਖੇ, ਤੇ ਜਦੋਂ ਮੈਂ ਗੇਟ ਖੋਲ੍ਹਿਆ ਤੇ ਰਾਮਾਨੰਦ ਮਹਾਰਾਜ ਜੀ ਗੇਟ ਦੇ ਬਾਹਰ ਖੜ੍ਹੇ। ਤੇ ਮੈਂ ਕਿਹਾ ਮਹਾਰਾਜ ਜੀ ਅੰਦਰ ਆ ਜਾਓ। ਮਹਾਰਾਜ ਜੀ ਕਹਿੰਦੇ ਨਹੀਂ, ਤੂੰ ਇੱਦਾਂ ਹੀ ਬੈਠ ਗੱਡੀ 'ਚ। ਮਹਾਰਾਜ ਜੀ ਬੱਸ ਵਿੱਚ ਬਿਠਾ ਲਈ। ਬੱਸ ਵਿੱਚ ਬਹਿੰਦੇ ਸਾਰੀ ਗੱਲਾਂ ਕੀਤੀਆਂ ਕਿ ਲੈਂਟਰ ਦੀ ਸੇਵਾ ਆਪਾਂ ਹੁਣੇ ਕਰਨੀ ਆ ਔਰ ਸਵੇਰ ਨੂੰ ਸਮਾਪਤ ਕਰਨਾ ਲੈਂਟਰ।
ਵੀ ਜਿੱਦਾਂ ਵੀ ਮਰਜ਼ੀ ਸੇਵਾਦਾਰ ਇਕੱਠੇ ਕਰਨੇ ਆ, ਜਿੱਥੋਂ ਮਰਜ਼ੀ ਸੇਵਾਦਾਰ ਇਕੱਠੇ ਕਰੋ। ਅਸੀਂ ਉਸੇ ਵੇਲੇ ਆਪਣੇ ਮਹੱਲੇ ਪਲਾਈ ਗੇਟ ਤੋਂ ਸੇਵਾਦਾਰ ਕੁਝ ਇਕੱਠੇ ਕੀਤੇ ਔਰ ਰਾਤ ਨੂੰ ਬੱਸ ਭੁੱਲਾ ਰਾਈ ਖੜੀ ਕਰਕੇ ਔਰ ਭੁੱਲਾ ਰਾਈ ਪਿੰਡ ਦੇ ਵਿੱਚੋਂ ਵੀ ਸੇਵਾਦਾਰ ਇਕੱਠੇ ਕੀਤੇ ਔਰ ਰਾਤ ਨੂੰ ਮਹਾਰਾਜ ਜੀ ਆਪ ਬਰਾਬਰ ਲਾ ਕੇ ਉਹ ਸੇਵਾਵਾਂ ਨਿਭਾਈਆਂ। ਦਿਨ ਰਾਤ ਮਹਾਰਾਜ ਜੀ ਇਹੀ ਸੋਚਦੇ ਹੁੰਦੇ ਸੀ ਕਿ ਸਮਾਜ ਲਈ ਕਦੋਂ ਕੰਮ ਤੇ ਕਿੱਦਾਂ ਕਰਨਾ ਤੇ ਕਿੱਦਾਂ ਕੀਤਾ ਜਾਵੇ ਔਰ ਕਿੰਨੀ ਜਲਦੀ ਸਮਾਪਤ ਹੋਵੇਗਾ। ਕਿਉਂਕਿ ਦਵਾਈ ਦੀ ਸਟੇਜ ਤੋਂ ਰਾਮਾਨੰਦ ਮਹਾਰਾਜ ਨੇ ਵਿਚਾਰ ਚਰਚਾ ਕਰਦਿਆਂ ਗੱਲ ਕਹੀ ਸੀ ਕਿ ਜੀਵਨ ਦੇ ਵਿੱਚ ਸਵਾਸ ਬਹੁਤ ਥੋੜ੍ਹੇ ਆ ਔਰ ਥੋੜ੍ਹੇ ਸਮੇਂ ਦੇ ਵਿੱਚ ਜਿੰਨੇ ਵੀ ਤੁਸੀਂ ਕਾਰਜ ਵੱਧ ਤੋਂ ਵੱਧ ਕਰ ਸਕਦੇ ਹੋ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਕਾਰਜ ਕਰੋ। ਸੋ ਇਸ ਕਰਕੇ ਉਹਨਾਂ ਨੇ ਪੂਰੇ ਦਾ ਪੂਰੇ ਜੀਵਨ ਦੇ ਵਿੱਚ ਵੱਧ ਤੋਂ ਵੱਧ ਕਾਰਜ ਕਰਨ ਦੀ ਕੋਸ਼ਿਸ਼ ਕੀਤੀ ਵੀ ਜਿੰਨੇ ਹੋ ਸਕਦੇ ਕਾਰਜ ਕੀਤੇ ਜਾਣ। ਸੋ ਜਿਹੜਾ ਲਾਸਟ ਵਿੱਚ ਗੱਲ ਕਰਦੇ ਆ ਕਿ ਸੰਤ ਰਾਮਾਨੰਦ ਮਹਾਰਾਜ ਜੀ ਜਿਹੜੀ ਸ਼ਹੀਦੀ ਜਦੋਂ ਸਮਾਂ ਆਪਾਂ ਪ੍ਰਾਪਤ ਹੋਈ ਸੰਤਾਂ ਨੂੰ, ਤੇ ਉਹ ਲਾਸਟ ਵਿੱਚ ਬਿਆਨਾ ਆਸਟਰੀਆ ਉੱਥੇ ਪਹੁੰਚੇ ਹੋਏ ਸੀਗੇ 25 ਮਈ ਨੂੰ ਮਹਾਰਾਜ ਜੀ ਦਾ ਜਿਹੜਾ ਸ਼ਹੀਦੀ ਹੋ ਗਈ। ਤੇ ਕੀ ਕਾਰਨ ਸੀਗਾ, ਉਹ ਕਿਹੋ ਜਿਹਾ ਮਾਹੌਲ ਸੀਗਾ, ਕੀ ਬਣਿਆ, ਕਾਹਤੇ ਉਹ ਗੋਲੀਆਂ ਚੱਲੀਆਂ, ਉਹਦੇ ਬਾਰੇ ਕੁਝ ਸਾਨੂੰ ਹੋਵੇ ਨੌਲੇਜ ਤਾਂ ਉਹਦੇ ਬਾਰੇ ਵੀ ਥੋੜ੍ਹੀ ਚਾਨਣਾ ਜ਼ਰੂਰ ਪਾਓ ਜੀ ਇਹਦੇ ਬਾਰੇ। ਦੇਖੋ ਬਲਵੰਦਰ ਜੀ, ਇਹ ਕਾਰਨ ਤਾਂ ਸਪਸ਼ਟ ਹੈ ਕਿ ਇੱਕ ਆਪਾਂ ਕੁਦਰਤ ਦਾ ਵਿਧਾਨ ਹੈ ਕਿ ਰਬੜ ਦੀ ਗੇਂਦ ਆਪਾਂ ਲੈ ਲਈਏ, ਰਬੜ ਦੀ ਗੇਂਦ ਨੂੰ ਆਪਾਂ ਦੀਵਾਰ ਵਿੱਚ ਮਾਰਾਂਗੇ, ਜਿੰਨੀ ਜ਼ੋਰ ਨਾਲ ਮਾਰਾਂਗੇ ਉਨੀ ਜ਼ੋਰ ਨਾਲ ਵਾਪਸ ਆਏਗੀ ਔਰ ਹੱਥ ਦੇ ਵਿੱਚ ਆਪਾਂ ਗੇਂਦ ਨੂੰ ਦਬਾਵਾਂਗੇ ਤਾਂ ਉਨਾ ਹੀ ਜ਼ਿਆਦਾ ਉਛਲੇਗੀ। ਸੋ ਇਸੇ ਹੀ ਤਰ੍ਹਾਂ ਸਾਡੇ ਸਮਾਜ ਦੇ ਨਾਲ ਹੋਇਆ। ਸਦੀਆਂ ਤੋਂ ਸਾਡੇ ਸਮਾਜ ਨੂੰ ਲਤਾੜਿਆ ਗਿਆ, ਪਛਾੜਿਆ ਗਿਆ ਔਰ ਹਰੇਕ ਜਗ੍ਹਾ ਤੇ ਡੀਗਰੇਡ ਕੀਤਾ ਗਿਆ। ਸੰਤ ਰਾਮਾਨੰਦ ਮਹਾਰਾਜ ਜੀ ਇਹ ਚੀਜ਼ਾਂ ਨੂੰ ਬਹੁਤ ਜ਼ਿਆਦਾ ਵਾਚ ਕਰਦੇ ਸਨ, ਦੇਖਦੇ ਸੀ ਵੀ ਸਮਾਜ ਨਾਲ ਕਿੱਥੇ ਕਿੱਥੇ ਅਤਿਆਚਾਰ ਕਿਸ ਤਰੀਕੇ ਨਾਲ ਹੋ ਰਿਹਾ। ਕਿਤੇ ਵੀ ਹੋਣਾ ਅਤਿਆਚਾਰ, ਰਾਮਾਨੰਦ ਮਹਾਰਾਜ ਨੇ ਰੋ ਪੈਣਾ ਉਹ ਅਤਿਆਚਾਰ ਸੁਣ ਕੇ, ਪੜ੍ਹ ਕੇ ਅਖਬਾਰਾਂ ਦੇ ਵਿੱਚ, ਔਰ ਕਿੱਥੇ ਕਿੱਥੇ ਦਬਾਇਆ ਜਾ ਰਿਹਾ। ਉਹਨਾਂ ਚੀਜ਼ਾਂ ਨੂੰ ਦੇਖ ਕੇ ਰਾਮਾਨੰਦ ਮਹਾਰਾਜ ਜੀ ਨੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਨਾਲ ਮੂਵਮੈਂਟ ਚਲਾਈਆਂ ਔਰ ਸਮਾਜ ਨੂੰ ਅਵੇਅਰ ਕਰਨਾ ਸ਼ੁਰੂ ਕੀਤਾ। ਜਿਹੜੇ ਮੇਨ ਕਾਰਨ 2-3 ਬਣੇ। ਇੱਕ, ਜਦੋਂ ਰਾਮਾਨੰਦ ਮਹਾਰਾਜ ਜੀ ਕੈਨੇਡਾ ਦੇ ਵਿੱਚ ਗਏ ਪ੍ਰਚਾਰ ਕਰਨ ਵਾਸਤੇ, ਉੱਥੇ ਕੁਝ ਜਾਤ ਪਾਤ ਦੇ ਹੰਕਾਰੀ ਲੋਕਾਂ ਨੇ ਗੁਰੂ ਰਵਿਦਾਸ ਗੁਰੂ ਘਰ ਦੇ ਅੰਦਰ ਜਦੋਂ ਅੰਦਰ ਬੜੇ ਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਪ੍ਰਕਾਸ਼ ਤੋਂ ਇੱਕ ਸਾਈਡ ਦੇ ਉੱਤੇ ਜਿੱਥੇ ਸੰਗਤਾਂ ਬਹਿੰਦੀਆਂ ਉੱਥੇ ਆਮ ਵਾਈਟ ਚਾਦਰ ਵਿਛੀ ਹੋਈ ਸੀ ਤਾਂ ਵੱਡੇ ਮਹਾਰਾਜ ਜੀ ਉਸ ਚਾਦਰ ਦੇ ਉੱਤੇ ਬਹਿ ਗਏ। ਤੇ ਰਾਮਾਨੰਦ ਮਹਾਰਾਜ ਜੀ ਕਦੀ ਵੀ ਮਹਾਰਾਜ ਜੀ ਦੇ ਬਰਾਬਰ ਨਹੀਂ ਬਹਿੰਦੇ ਸੀ, ਪਿੱਛੇ ਬਹਿ ਗਏ ਔਰ ਉੱਥੇ ਕੁਝ ਲੋਕ ਜਾਤ ਪਾਤ ਦੇ ਹੰਕਾਰੀ ਲੋਕ ਆਏ, ਉਹਨਾਂ ਨੇ ਵੱਡੇ ਮਹਾਰਾਜ ਦੇ ਥੱਲੇ ਚਾਦਰ ਖਿੱਚ ਲਈ। ਅੱਛਾ, ਬੈਠਿਆਂ ਦੇ ਵੀ ਤੁਸੀਂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਚਾਦਰ ਦੇ ਉੱਤੇ ਨਹੀਂ ਬੈਠ ਸਕਦੇ। ਉਹ ਗੱਲ ਉਹਨਾਂ ਦੇ ਘਰ ਗਈ। ਉਹ ਘਰ ਕਰਨ ਤੋਂ ਬਾਅਦ ਜਦੋਂ ਇੰਗਲੈਂਡ ਵਿੱਚ ਆਏ, ਇੰਗਲੈਂਡ ਦੇ ਕੁਝ ਲੋਕਾਂ ਨੇ ਕੇਸ ਕਰ ਦਿੱਤਾ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਸਾਡਾ, ਵੀ ਇਹ ਰਵਿਦਾਸੀਆ ਸਮਾਜ ਦਾ ਨਹੀਂ ਹੈਗਾ। ਤਾਂ ਉੱਥੋਂ ਦੇ ਲੋਕਾਂ ਨੇ ਰਾਮਾਨੰਦ ਮਹਾਰਾਜ ਨੂੰ ਸਵਾਲ ਕੀਤਾ ਕਿ ਮਹਾਰਾਜ ਜੀ ਤੁਸੀਂ ਵਿਦੇਸ਼ਾਂ ਵਿੱਚ ਆਉਂਦੇ ਹੋ ਔਰ ਤੁਹਾਡੇ ਨਾਲ ਵੀ ਇਸ ਤਰ੍ਹਾਂ ਵਿਤਕਰਾ ਹੁੰਦਾ, ਵੀ ਕਿਉਂ ਨਾ ਤੁਸੀਂ ਸਾਨੂੰ ਆਜ਼ਾਦੀ ਲੈ ਕੇ ਦਿੰਦੇ, ਸਾਨੂੰ ਆਜ਼ਾਦੀ ਲੈ ਕੇ ਦਿਓ ਵੀ ਆਪਣਾ ਗ੍ਰੰਥ ਤਿਆਰ ਕਰੋ। ਰਾਮਾਨੰਦ ਮਹਾਰਾਜ ਨੇ ਸੋਚ ਵਿਚਾਰ ਕੀਤੀ ਉਸ ਚੀਜ਼ ਦੇ ਉੱਤੇ। ਜਦੋਂ ਇੰਗਲੈਂਡ ਤੋਂ ਆਏ ਉਸ ਤੋਂ ਥੋੜ੍ਹੇ ਸਮੇਂ ਬਾਅਦ ਹੀ ਲੁਧਿਆਣੇ ਦੇ ਵਿੱਚ ਜੋਧੇਵਾਲ ਬਸਤੀ ਵਿੱਚ ਇੱਕ ਸੰਤ ਸੰਮੇਲਨ ਸੀ। ਅੱਛਾ ਜੀ। ਔਰ ਸੰਤ ਸੰਮੇਲਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਗੁਰਦੁਆਰੇ ਤੋਂ ਲੈ ਕੇ ਆਂਦਾ ਔਰ ਲੈ ਕੇ ਆ ਕੇ ਜਦੋਂ ਲੈ ਕੇ ਆਂਦਾ ਤੇ ਉੱਥੇ ਦੀਆਂ ਜੋ ਗੁਰੂ ਗ੍ਰੰਥ ਸਾਹਿਬ ਦੀ ਹਮਾਇਤੀ ਕੁਝ ਜਥੇਬੰਦੀਆਂ ਸੀ, ਕਿਉਂਕਿ ਰਾਮਾਨੰਦ ਮਹਾਰਾਜ ਨਾਲੋਂ ਵੱਡਾ ਪ੍ਰਚਾਰਕ ਨਹੀਂ ਕੋਈ ਵੀ ਹੋਇਆ ਵਰਲਡ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦੇ ਵਿੱਚ ਜਾਂ ਉਹਨਾਂ ਦਾ ਪ੍ਰਚਾਰ ਕਰਨ ਦੇ ਵਿੱਚ। ਪੂਰੇ ਵਰਲਡ ਵਿੱਚ ਉਹਨਾਂ ਨੇ ਪ੍ਰਚਾਰ ਤੇ ਪ੍ਰਸਾਰ ਕੀਤਾ ਜੀ। ਤੇ ਉੱਥੋਂ ਦੀਆਂ ਜਥੇਬੰਦੀਆਂ ਨੇ ਰਾਮਾਨੰਦ ਮਹਾਰਾਜ ਜੀ ਦਾ ਵਿਰੋਧ ਕੀਤਾ ਔਰ ਗ੍ਰੰਥ ਨਹੀਂ ਦਿੱਤਾ ਜੀ, ਵੀ ਤੁਸੀਂ ਗ੍ਰੰਥ ਦੀ ਹਜ਼ੂਰੀ ਦੇ ਵਿੱਚ, ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੁਸੀਂ ਆਪਣਾ ਪ੍ਰੋਗਰਾਮ ਜਿਹੜਾ ਨਹੀਂ ਕਰ ਸਕਦੇ। ਜੇ ਕਰਨਾ ਹੈ ਤਾਂ ਤੁਸੀਂ ਥੱਲੇ ਬਹਿ ਜਾਓ, ਮੰਚ 'ਤੇ ਨਹੀਂ ਬੈਠ ਸਕਦੇ ਜੀ। ਤਾਂ ਉੱਥੋਂ ਵੀ ਤਹਈਆ ਕਰ ਲਿਆ ਉਹਨਾਂ ਨੇ ਵੀ ਅਸੀਂ ਆਪਣਾ ਵੱਖਰਾ ਗ੍ਰੰਥ ਬਣਾਵਾਂਗੇ। ਔਰ ਸਮੇਂ ਦੀਆਂ ਸਰਕਾਰਾਂ ਨੇ ਜੋ ਅੱਜ ਕੱਲ੍ਹ PhD ਕਰਦੇ ਨੇ, PhD ਕਰਦੇ ਥੀਸਿਸ ਲਿਖਦੇ ਨੇ, ਉਹਨਾਂ ਨੇ ਖੋਜਾਂ ਕੀਤੀਆਂ। ਖੋਜਾਂ ਕਰਨ ਉਪਰੰਤ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਅਲੱਗ-ਅਲੱਗ ਜਿੱਥੇ ਸਥਾਨਾਂ 'ਤੇ ਪਈ ਹੈ ਉਹ ਇਕੱਤਰ ਕੀਤੀ ਜੀ। ਕਿਉਂਕਿ ਗੁਰੂ ਰਵਿਦਾਸ ਮਹਾਰਾਜ ਜੀ 151 ਸਾਲ 8 ਮਹੀਨੇ 22 ਦਿਨ ਦੀ ਉਹਨਾਂ ਦੀ ਆਯੂ ਹੋਈ ਹੈ ਔਰ 152 ਲਗਭਗ 152 ਸਾਲ ਦੇ ਵਿੱਚ ਇਹ ਤਾਂ ਹੈ ਨਹੀਂ ਕਿ ਗੁਰੂ ਰਵਿਦਾਸ ਮਹਾਰਾਜ ਨੇ ਸਿਰਫ 40 ਸ਼ਬਦ ਲਿਖੇ ਹੋਣਗੇ ਜੀ। ਗੁਰੂ ਨਾਨਕ ਦੇਵ ਮਹਾਰਾਜ ਜੀ ਗੁਰੂ ਰਵਿਦਾਸ ਮਹਾਰਾਜ ਜੀ ਤੋਂ ਤਕਰੀਬਨ 65 ਤੋਂ 70 ਸਾਲ ਛੋਟੇ ਹੋਏ ਆ ਜੀ। ਤੇ ਉਹਨਾਂ ਨੇ ਬਾਣੀ ਜਿੰਨੀ ਕੁ ਗੁਰੂ ਰਵਿਦਾਸ ਮਹਾਰਾਜ ਜੀ ਕੋਲੋਂ ਮਿਲੀ ਉਨੀ ਕੁ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਡ ਹੋ ਗਈ। ਬਾਕੀ ਜਿਹੜੀ ਬਾਣੀ ਥਾਂ ਪਈ ਸੀ ਉਹ ਸਰਕਾਰਾਂ ਨੇ ਇਕੱਠੀ ਕਰਕੇ ਡੇਰਾ ਬੱਲਾ ਤੱਕ ਅਪਰੋਚ ਕੀਤੀ ਔਰ ਉਹ ਬਾਣੀ ਉੱਥੋਂ ਚੰਡੀਗੜ੍ਹੋਂ ਸ਼ੋਭਾ ਯਾਤਰਾ ਦੇ ਰੂਪ ਵਿੱਚ ਲੈ ਕੇ ਆਏ ਜੀ। ਔਰ ਉਸ 'ਤੇ 7 ਮੈਂਬਰੀ ਕਮੇਟੀ ਬਣਾਈ ਜਿਨ੍ਹਾਂ ਨੇ PhDਆਂ ਕੀਤੀਆਂ ਹੋਈਆਂ ਸੀ। ਉਹ 7 ਮੈਂਬਰੀ ਕਮੇਟੀ ਨੇ ਉੱਥੇ ਖੋਜ ਕੀਤੀ, ਸੋਧ ਕਰਨ ਉਪਰੰਤ ਅਮਲੀ ਜਾਮਾ ਪਹਿਨਾਉਣਾ ਸ਼ੁਰੂ ਕੀਤਾ। ਉਹ ਅਮਲੀ ਜਾਮਾ ਪਹਿਨਾਉਂਦਾ ਸ਼ੁਰੂ ਕਰਦਿਆਂ ਬਨਾਰਸ ਗੁਰਪੁਰਬ ਆਉਣਾ, ਗੁਰਪੁਰਬ 'ਤੇ ਮਹਾਰਾਜ ਜੀ ਨੇ ਆਪਣੀ ਟ੍ਰੇਨ ਲੈ ਕੇ ਜਾਣੀ, ਸੋਨੇ ਦੀ ਪਾਲਕੀ ਲੈ ਕੇ ਕਾਂਸ਼ੀ ਮੰਦਿਰ ਨੂੰ ਦੇ ਉੱਤੇ ਸੋਨੇ ਦੇ ਗੁੰਮਟ ਬਣਾਤੇ ਔਰ ਗੁੰਮਟ ਬਣਾਉਣ ਤੋਂ ਬਾਅਦ ਗੇਟ ਬਣਾਤਾ। ਇਹੋ ਜਿਹੇ ਪ੍ਰੋਜੈਕਟ ਉਸਾਰਨੇ ਸ਼ੁਰੂ ਕਰਤੇ ਜਿਸ ਦੇ ਨਾਲ ਇੱਕ ਰਵਿਦਾਸੀਆ ਸਮਾਜ ਦੀ ਅਲੱਗ ਪਹਿਚਾਣ ਬਣਨੀ ਸ਼ੁਰੂ ਹੋ ਗਈ। ਜਦੋਂ ਅਲੱਗ ਪਹਿਚਾਣ ਬਣਨੀ ਸ਼ੁਰੂ ਹੋ ਗਈ
ਤਾਂ ਐਂਡ ਤੇ ਆ ਕੇ ਰਾਮਾਨੰਦ ਮਹਾਰਾਜ ਜੀ ਨੇ ਕਾਂਸ਼ੀ ਦੀ ਧਰਤੀ ਦੇ ਉੱਤੋਂ ਇੱਕ ਸੰਦੇਸ਼ ਦਿੱਤਾ ਕਿ ਚਲੋ ਬਨਾਰਸ ਸਾਧ ਸੰਗਤ ਜੀ ਇੱਕ ਇਤਿਹਾਸ ਰਚਾਉਣਾ ਹੈ, ਗੁਰੂ ਰਵਿਦਾਸ ਜੀ ਦੇ ਮੰਦਰ ਨੂੰ ਸੋਨੇ ਵਿੱਚ ਬਣਾਉਣਾ ਹੈ। ਔਰ ਉੱਥੇ ਸੋਨੇ ਦਾ ਢੇਰ ਲੱਗ ਗਿਆ ਜੀ। ਔਰ ਉਸ ਚੀਜ਼ ਨੂੰ ਦੇਖ ਕੇ ਮੌਕੇ ਦੀਆਂ ਜੋ ਮੀਡੀਆ ਨੇ ਦੂਸਰੇ ਦਿਨ ਹੀ ਅਖਬਾਰਾਂ ਦੇ ਵਿੱਚ ਇਹ ਲਿਖਿਆ ਕਿ ਭਾਰਤ ਦੇ ਵਿੱਚ ਸੁਣਿਆ ਕਿ ਪੂਰੀ ਦੁਨੀਆ ਦੇ ਵਿੱਚ 7 ਅਜੂਬੇ ਹੈ ਔਰ 7ਵੇਂ ਅਜੂਬਿਆਂ ਦੇ ਵਿੱਚੋਂ ਇੱਕ 8ਵਾਂ ਅਜੂਬਾ ਬਨਾਰਸ ਦੀ ਧਰਤੀ ਤੇ ਬਣਨ ਜਾ ਰਿਹਾ। ਜੇ ਇੰਡੀਆ ਦੀ ਗੱਲ ਕਰੀਏ ਤਾਂ ਭਾਰਤ ਦੀ ਧਰਤੀ ਦੇ ਉੱਤੇ ਗੋਲਡਨ ਟੈਂਪਲ ਕਿਹਾ ਜਾਂਦਾ ਜੋ ਹਰਿਮੰਦਰ ਸਾਹਿਬ ਵਿੱਚ ਸ਼ੋਭਤ ਹੈ ਜੀ। ਉਸ ਦੇ ਪੈਰਲਰ ਦੇ ਉੱਤੇ ਇੱਕ ਗਰੀਬ ਸਮਾਜ, ਲਤਾੜਿਆ ਸਮਾਜ ਜਿਹੜਾ ਉਹ ਆਪਣਾ ਗੁਰੂ ਰਵਿਦਾਸ ਮਹਾਰਾਜ ਦਾ ਮੰਦਰ ਸੋਨੇ ਵਿੱਚ ਬਣਾਉਣ ਜਾ ਰਿਹਾ ਜੀ। ਇਹ ਚੀਜ਼ ਜਿਹੜੀ ਕੁਝ ਲੋਕਾਂ ਨੂੰ ਹਜਮ ਨਹੀਂ ਹੋਈ ਔਰ ਇਸ ਚੀਜ਼ ਨੂੰ ਔਰ ਅੰਮ੍ਰਿਤ ਬਾਣੀ ਗ੍ਰੰਥ ਦੀ ਚੀਜ਼ ਨੂੰ ਲੈ ਕੇ ਉਹਨਾਂ ਲੋਕਾਂ ਨੇ ਮਨਾਂ ਦੇ ਵਿੱਚ ਕਰ ਲਿਆ ਕਿ ਜੇਕਰ ਅਸੀਂ ਇਹਨਾਂ ਨੂੰ ਰੋਕਿਆ ਜਾਵੇ ਤਾਂ ਕਿਸ ਤਰੀਕੇ ਨਾਲ ਰੋਕਿਆ ਜਾਵੇ। ਤਾਂ ਉਸ ਚੀਜ਼ ਨੂੰ ਨਹੀਂ ਅਮਲੀ ਜਾਮਾ ਭਾਰਤ ਦੇ ਵਿੱਚ ਕਰਦੇ ਤਾਂ ਸ਼ਾਇਦ ਕੁਝ ਹੋਰ ਹਾਲਾਤ ਹੁੰਦੇ। ਅਤੇ ਉਹਨਾਂ ਨੇ ਆਸਟਰੀਆ ਦੇ ਵਿੱਚ ਜਾ ਕੇ ਪਹਿਲਾਂ ਕੋਸ਼ਿਸ਼ ਕੀਤੀ, ਸਪੇਨ ਦੇ ਵਿੱਚ। ਸਪੇਨ ਤੋਂ ਨਹੀਂ ਉਹਨਾਂ ਦੇ ਗੱਲ ਬਣੀ, ਸਪੇਨ ਤੋਂ ਫਿਰ ਮਹਾਰਾਜ ਜੀ ਦੇ ਮਗਰ ਆਏ, ਆਸਟਰੀਆ ਵਿੱਚ ਆ ਗਏ। ਆਸਟਰੀਆ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਮਹਾਰਾਜ ਜੀ ਉਹਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਔਰ ਜੋ ਉਹਨਾਂ ਨੇ ਕਿਹਾ ਸੀ ਕਿ ਆਪਣੇ ਖੂਨ ਦਾ ਕਤਰਾ ਕਤਰਾ ਬਹਾ ਦਿਆਂਗਾ, ਉਹ ਖੂਨ ਦਾ ਕਤਰਾ ਕਤਰਾ ਬਹਾ ਕੇ ਅੱਜ ਸਮਾਜ ਨੂੰ ਆਜ਼ਾਦੀ ਦੇ ਗਏ। ਔਰ ਉਹਨਾਂ ਦੀ ਸ਼ਹਾਦਤ ਤੋਂ ਉਪਰੰਤ ਜੋ ਦੇਸ਼ ਦੇ ਅੰਦਰ ਹਾਲਾਤ ਪੂਰੇ ਭਾਰਤ ਦੇ ਅੰਦਰ ਉਪਜੇ, ਭਾਰਤ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਉਪਜੇ, ਉਹ ਸਾਰਿਆਂ ਦੇ ਸਾਹਮਣੇ ਆ। ਅੱਜ ਰਵਿਦਾਸੀਆ ਸਮਾਜ ਜਿਹੜਾ ਸੰਤ ਰਾਮਾਨੰਦ ਮਹਾਰਾਜ ਦੀ ਸ਼ਹਾਦਤ ਦੇ ਨਾਲ ਇੱਕ ਮਾਲਾ ਵਿੱਚ ਪਰੋ ਕੇ ਹਰ ਦੇ ਨਿਸ਼ਾਨ ਦੇ ਝੰਡੇ ਥੱਲੇ ਅੰਮ੍ਰਿਤ ਬਾਣੀ ਦੀ ਛਤਰ ਛਾਇਆ ਹੇਠ ਗੁਰੂ ਰਵਿਦਾਸ ਗੁਰੂ ਘਰਾਂ ਵਿੱਚ ਇਕੱਤਰ ਹੋ ਰਿਹਾ। ਇਹ ਸਭ ਸੰਤ ਰਾਮਾਨੰਦ ਮਹਾਰਾਜ ਦੀ ਸ਼ਹਾਦਤ ਦਾ ਸਦਕਾ ਹੈ। ਲਾਸਟ ਵਿੱਚ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਸੰਤ ਰਾਮਾਨੰਦ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ? ਦੇਖੋ, ਮੇਰੇ ਸ਼ਹੀਦੀ ਦਿਹਾੜਾ 25 ਤਰੀਕ ਨੂੰ ਆ ਰਿਹਾ ਔਰ ਇਸ ਸੰਬੰਧ ਵਿੱਚ ਮੈਂ ਸਮੂਹ ਰਵਿਦਾਸੀਆ ਸਮਾਜ ਨੂੰ ਇਹੀ ਬੇਨਤੀ ਕਰਾਂਗਾ ਕਿ ਜਿਸ ਸੰਤ ਰਾਮਾਨੰਦ ਮਹਾਰਾਜ ਜੀ ਨੇ ਪੂਰੇ ਦਾ ਪੂਰਾ ਜੀਵਨ ਸਮਾਜ ਦੇ ਲੇਖੇ ਲਗਾ ਦਿੱਤਾ ਹੈ, ਆਪਣੇ ਸਰੀਰ ਦੇ ਖੂਨ ਦਾ ਕਤਰਾ ਕਤਰਾ ਸਮਾਜ ਲਈ ਬਹਾ ਦਿੱਤਾ ਹੈ ਔਰ ਆਪਣੇ ਖੂਨ ਦੀ ਬਦੌਲਤ ਸਾਨੂੰ ਧਾਰਮਿਕ ਆਜ਼ਾਦੀ ਦੇ ਕੇ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਆਪਣਾ ਧਰਮ ਗ੍ਰਹਿਣ ਕਰਕੇ ਆਪਣੇ ਗੁਰੂ ਰਵਿਦਾਸ ਮਹਾਰਾਜ ਦੇ ਅਸਥਾਨ 'ਤੇ ਜਾ ਸਕਦੇ ਹੋ ਜੀ। ਆਪਣੀ ਮਰਜ਼ੀ ਦੇ ਨਾਲ ਆਪਣੇ ਗੁਰੂ ਘਰਾਂ ਦੇ ਉੱਤੇ ਹਰ ਦੇ ਨਿਸ਼ਾਨ ਚਲਾ ਸਕਦੇ ਹੋ। ਆਪਣੀ ਮਰਜ਼ੀ ਨਾਲ ਆਪਣੇ ਗੁਰੂ ਘਰਾਂ ਦੇ ਵਿੱਚ ਤੁਸੀਂ ਆਪਣਾ ਗ੍ਰੰਥ ਜਿਹੜਾ ਤਿਆਰ ਹੋ ਗਿਆ ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦੇ ਨਾਲ ਉਸ ਦਾ ਪ੍ਰਕਾਸ਼ ਕਰ ਸਕਦੇ ਹੋ। ਤਾਂ ਫਿਰ ਅਸੀਂ ਅਕਿਰਤਕਾਨ ਹੋਵਾਂਗੇ ਜੇ ਅਸੀਂ ਸੰਤ ਰਾਮਾਨੰਦ ਮਹਾਰਾਜ ਜੀ ਨੇ ਜੋ ਸੁਪਨਾ ਵੇਖਿਆ ਸੀ, ਜੋ ਸੰਤ ਰਾਮਾਨੰਦ ਮਹਾਰਾਜ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਜੋ ਸੰਤ ਰਾਮਾਨੰਦ ਮਹਾਰਾਜ ਜੀ ਨੇ ਆਪਣੇ ਖੂਨ ਦੇ ਨਾਲ ਸਾਡਾ ਰਵਿਦਾਸੀਆ ਧਰਮ ਸਿੰਜ ਗਏ ਆ, ਅਸੀਂ ਉਸ ਨੂੰ ਪਾਣੀ ਨਾ ਪਿਲਾਇਆ, ਪਾਣੀ ਨਾ ਪਾਇਆ, ਤਾਂ ਫਿਰ ਅਸੀਂ ਕਸੂਰਵਾਰ ਹਾਂ। ਸੰਤ ਰਾਮਾਨੰਦ ਮਹਾਰਾਜ ਜੀ ਨਹੀਂ, ਨਾ ਕਿ ਸਾਡੇ ਸੰਤ ਮਹਾਂਪੁਰਸ਼। ਸੰਤ ਮਹਾਂਪੁਰਸ਼ਾਂ ਨੇ ਸਾਨੂੰ ਸੰਦੇਸ਼ ਦੇ ਦਿੱਤਾ ਹੈ, ਉੱਤੇ ਅਮਲੀ ਦਾ ਜਾਮਾ ਤਾਂ ਅਸੀਂ ਪਹਿਨਾਉਣਾ ਜੀ। ਅਤੇ ਉਹ ਸਾਡਾ ਫਰਜ਼ ਬਣਦਾ ਕਿ ਸੰਤ ਰਾਮਾਨੰਦ ਮਹਾਰਾਜ ਦੇ ਖੂਨ ਦੇ ਨਾਲ ਸਿੰਜੀ ਹੋਈ ਅੱਜ ਧਾਰਮਿਕ ਆਜ਼ਾਦੀ ਨੂੰ ਅਸੀਂ ਫਲ ਫੁੱਲ ਦੇ ਕੇ ਵਧੀਆ ਤਰੀਕੇ ਨਾਲ ਵਧਾ ਕੇ ਔਰ ਅਸੀਂ ਕਾਸ਼ੀ ਮੰਦਰ ਦੇ ਨਾਂ 'ਤੇ ਇਕੱਠੇ ਹੋ ਕੇ ਉੱਥੋਂ ਜੋ ਵੀ ਸਾਨੂੰ ਹੁਕਮਨਾਮਾ ਆਵੇ ਉਸ ਦੇ ਉੱਤੇ ਪਹਿਰਾ ਦਈਏ। ਇਹੀ ਸਾਡੀ ਸੱਚੀ ਸ਼ਰਧਾਂਜਲੀ ਸੰਤ ਰਾਮਾਨੰਦ ਮਹਾਰਾਜ ਪ੍ਰਤੀ ਹੋਵੇਗੀ। ਔਰ ਸੰਤ ਰਾਮਾਨੰਦ ਮਹਾਰਾਜ ਜੀ ਜਿੱਥੇ ਕਿਤੇ ਵੀ ਜੇ ਕਿਤੇ ਸਮਾਜ ਨੂੰ ਵੇਖਦੇ ਹੋਣਗੇ ਜਾਂ ਸਮਾਜ ਦੀ ਜੋ ਆਸ ਸੀ ਸਮਾਜ ਤੋਂ ਉਹ ਜਿਹੜੀ ਆ ਖੁਸ਼ ਹੋਣਗੇ। ਕਿਉਂਕਿ ਮੈਂ ਇਹਦੇ ਨਾਲ ਇੱਕ ਜ਼ਰੂਰ ਛੋਟੀ ਜਿਹੀ ਘਟਨਾ ਇੱਕ ਸਾਂਝੀ ਕਰਨੀ ਚਾਹੁੰਦਾ ਮੈਂ। ਅਤੇ ਮੈਂ ਇੱਕ ਗੱਲ ਕਰਨੀ ਚਾਹੁੰਦਾ ਕਿ ਇੱਕ ਵਾਰ ਦੀ ਗੱਲ ਹੈ ਕਿ ਮੈਂ ਜਲੰਧਰ ਗਿਆ ਹੋਇਆ ਸੀ। ਪਰਸਨਲੀ ਗੱਲ ਇਹ ਹੈ ਕਿ ਮੈਂ ਘਰਦਿਆਂ ਨੂੰ ਕਿਹਾ ਕਿ ਮੈਂ ਰਾਮਾਨੰਦ ਮਹਾਰਾਜ ਦੇ ਦਰਸ਼ਨ ਕਰਨ ਜਾਣਾ। ਤਾਂ ਉਹ ਰਵਿਦਾਸੀਆ ਤਾਂ ਸੀ ਲੇਕਿਨ ਗੁਰੂ ਰਵਿਦਾਸ ਮਹਾਰਾਜ ਨੂੰ ਘੱਟ ਅਤੇ ਰਾਧਾ ਸਵਾਮੀ ਮਹਾਰਾਜ ਦੇ ਜ਼ਿਆਦਾ ਜਾਂਦੇ ਸੀਗੇ। ਉਹਨਾਂ ਨੇ ਮੈਨੂੰ ਜਾਣ ਨਹੀਂ ਦਿੱਤਾ। ਮੈਨੂੰ ਨਾਲ ਧੱਕੇ ਨਾਲ ਗੱਡੀ 'ਚ ਬਿਠਾ ਕੇ ਦਿੱਲੀ ਨੂੰ ਲੈ ਗਏ। ਦਿੱਲੀ ਨੂੰ ਜਾਂਦੇ ਜਾਂਦੇ ਅਸੀਂ ਰਸਤੇ ਵਿੱਚ ਅੰਬਾਲੇ ਤੋਂ ਪਿੱਛੇ ਪਹੁੰਚੇ ਥੋੜ੍ਹਾ ਜਿਹਾ, ਉੱਥੇ ਗੱਡੀ ਦਾ ਟਾਇਰ ਪੈਂਚਰ ਹੋ ਗਿਆ। ਪੈਟਰੋਲ ਪੰਪ ਦੇ ਉੱਤੇ ਅਸੀਂ ਗੱਡੀ ਦਾ ਜੋ ਟਾਇਰ ਪੈਂਚਰ ਹੋ ਗਿਆ ਪੈਂਚਰ ਲਵਾਉਣ ਲੱਗੇ। ਉਹ ਗੱਡੀ ਟਾਇਰ ਪੈਂਚਰ ਵਾਲਿਆਂ ਨੇ ਗੱਡੀ ਦਾ ਟਾਇਰ ਖੋਲ੍ਹਿਆ, 16 ਪੈਂਚਰ ਨਿਕਲੇ ਗੱਡੀ ਨੂੰ ਜੀ। ਔਰ ਉਹ ਕਹਿੰਦਾ ਟਿਊਬ ਲਾਉਣੀ ਪੈਣੀ ਆ। ਉਹ ਟਿਊਬ ਲੈਣ ਅੰਬਾਲੇ ਤੋਂ ਗਿਆ, ਟਿਊਬ ਲੈ ਕੇ ਆਉਂਦਾ ਸੀ, ਹਜੇ ਆਉਣਾ ਸੀ ਉਹਨੇ, ਜਾਨੂੰ ਸਾਡੇ ਬਰਾਬਰ ਆ ਕੇ ਗੱਡੀ ਖੜ੍ਹੀ ਹੋ ਗਈ। ਜਦੋਂ ਗੱਡੀ ਦੇਖੇ ਤਾਂ ਸੰਤ ਰਾਮਾਨੰਦ ਮਹਾਰਾਜ ਜੀ, ਤਾਂ ਉੱਥੋਂ ਗੱਡੀ 'ਚ ਬਿਠਾ ਕੇ ਲੈ ਗਏ। ਸੰਤ ਰਾਮਾਨੰਦ ਮਹਾਰਾਜ ਜੀ ਉਹਨਾਂ ਨੂੰ ਨਹੀਂ ਕੋਈ ਜਾਣ ਸਕਦਾ, ਇੰਨੇ ਵਧੀਆ ਦਿਲੋਂ ਸੀਗੇ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਨੂੰ ਸੰਤ ਰਾਮਾਨੰਦ ਮਹਾਰਾਜ ਜੀ ਦਾ ਜੋ ਮਿਸ਼ਨ ਹੈ, ਜੋ ਉਪਦੇਸ਼ ਹੈ, ਉਸ ਨੂੰ ਸਾਨੂੰ ਆਪਣੇ ਸੀਨੇ ਵਿੱਚ ਬਿਠਾ ਕੇ ਸਾਨੂੰ ਅੱਗੇ ਵਧਣਾ ਚਾਹੀਦਾ ਔਰ ਆਜ਼ਾਦੀ ਪ੍ਰਾਪਤ ਕਰਕੇ ਸਾਨੂੰ ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਅੰਮ੍ਰਿਤ ਬਾਣੀ ਦਾ ਪ੍ਰਕਾਸ਼ ਔਰ ਹਰ ਦੇ ਨਿਸ਼ਾਨ ਚਲਾਉਣੇ ਚਾਹੀਦੇ ਆ। ਜੈ ਗੁਰਦੇਵ ਜੀ, ਧੰਨ ਗੁਰਦੇਵ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਆ ਸੰਗਤਾਂ ਨੂੰ ਜਿਹੜੇ ਆਪਣੇ ਵਿਚਾਰ ਜਿਹੜੇ ਸਾਂਝੇ ਰੱਖਿਆ।
ਤੇ ਇਸ ਦੇ ਨਾਲ ਹੀ ਰਜਾ ਲੈਂਦੇ ਹਾਂ। ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ।